ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ, ਦੱਸਣਗੇ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਿਹੜੀਆਂ ਖਬਰਾਂ ਆਉਂਦੀਆਂ ਉਹਨਾਂ ਦੇ ਪਿੱਛੇ ਕੀ ਹੁੰਦਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਜਸਵੀਰ ਸਿੰਘ ਜੋਸ਼ਨ ਮਾਊਂਟਨ ਹਾਊਸ ਤੋਂ, ਸਤਨਾਮ ਸਿੰਘ ਗਿੱਲ ਤੇ ਪਰਿਵਾਰ ਸਲਮਾ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁੱਬਾ ਸਿਟੀ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫ਼ੋਨ ਨੰਬਰ 4082722500, ਜੋ ਆਟੋ, ਹੋਮ, ਲਾਈਫ, ਹੈਲਥ, ਟੈਕਸੀ, ਟਰੱਕ, ਹੋਟਲ, ਮੋਟਲ, ਫਾਰਮ ਵਰਕਰਸ ਕੰਪ ਤੇ ਰੈਸਟੋਰੈਂਟ ਦੀ ਇੰਸ਼ੋਰੈਂਸ ਕਰਦੇ ਨੇ। ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਜੀ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਜਿਹੜੇ ਸਾਰੇ ਮੁਲਾਜ਼ਮ ਆ ਉਹ ਹੜਤਾਲ 'ਤੇ ਆ ਅਤੇ ਸਭ ਕੁਛ ਠੱਪ ਹੋਇਆ ਪਿਆ। ਬਿਲਕੁਲ ਜੀ, ਹੜਤਾਲਾਂ ਦਾ ਇਹ ਦੌਰ ਹੈ ਜੀ। ਜਿਹੜੇ ਜਿਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ, ਉਹ ਸੋਚਦੇ ਆ ਕਿ ਇਹ ਜਿਹੜਾ ਇਲੈਕਸ਼ਨਾਂ ਦੇ ਟਾਈਮ ਦੇ ਉੱਤੇ ਸ਼ਾਇਦ ਉਹ ਸਾਰਾ ਕੁਛ ਮਨਵਾ ਸਕਦੇ ਆ ਜੀ। ਉਂਝ ਵੀ ਪਹਿਲਾਂ ਤੁਸੀਂ ਇਹ ਕਹਿ ਲਓ ਕਿ ਡਰ ਡੁੱਕਰ ਜਿਹੜਾ ਸੀਗਾ ਜੀ ਉਹ ਬੋਲਣ ਨਹੀਂ ਸੀ ਦਿੰਦਾ। ਹੌਲੀ ਹੌਲੀ ਜਿਹੜਾ ਡਰ ਉਹ ਨਿਕਲ ਰਿਹਾ, ਤਿਉਂ ਜਿਹੜੀਆਂ ਹੜਤਾਲਾਂ ਨੇ ਉਹ ਸਾਹਮਣੇ ਆ ਰਹੀਆਂ ਨੇ। ਔਰ ਪੰਜਾਬ ਦੇ ਹੁਣ ਹਜ਼ਾਰਾਂ ਮੁਲਾਜ਼ਮ ਜਿਹੜੇ ਨੇ ਜੀ ਉਹ ਹੜਤਾਲ ਦੇ ਉੱਤੇ ਚਲੇ ਗਏ ਜੀ। ਅੱਜ ਤੋਂ ਸਰਕਾਰੀ ਮਸ਼ੀਨਰੀ ਜਿਹੜੀ ਹੈ ਜੀ ਉਹ ਪੂਰੇ ਤਰੀਕੇ ਦੇ ਨਾਲ ਜਾਮ ਹੋ ਕੇ ਜਿਹੜੀ ਹੈ ਜੀ ਉਹ ਰਹਿ ਜਾਣੀ ਆ। ਔਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਹੜਤਾਲ ਦੇ ਬਾਰੇ ਬਿਲਕੁਲ ਚੁੱਪ ਜਿਹੜੀ ਹੈ ਜੀ ਉਹ ਵੱਟੀ ਹੋਈ ਹੈ। ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸਿਜ਼ ਐਸੋਸੀਏਸ਼ਨ ਦੇ ਸੱਦੇ ਦੇ ਉੱਤੇ ਸਾਰੇ ਵਿਭਾਗਾਂ ਦਾ ਕਲੈਰੀਕਲ ਸਟਾਫ ਜਿਹੜਾ ਜੀ ਉਹ 2 ਦਿਨਾਂ ਦੀ ਕਲਮ ਛੋੜ ਹੜਤਾਲ ਦੇ ਉੱਤੇ ਚਲੇ ਗਿਆ। ਔਰ ਹੜਤਾਲੀ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਪਹੁੰਚ ਕੇ ਹਾਜ਼ਰੀਆਂ ਜਿਹੜੀਆਂ ਜੀ ਉਹ ਲਾਈਆਂ। ਔਰ ਕਲਮ ਛੱਡ ਕੇ ਜਿਹੜੀ ਸੀਗੀ ਜੀ ਸੂਬੇ ਭਰ ਦੇ ਵਿੱਚ ਰੈਲੀਆਂ ਤੇ ਮੁਜ਼ਾਹਰੇ ਜਿਹੜੇ ਜੀ ਉਹ ਕੀਤੇ ਨੇ। ਚੇਤਾਵਨੀ ਉਹ ਦੇ ਰਹੇ ਨੇ ਕਿ ਜੇ 6ਵਾਂ ਤਨਖਾਹ ਕਮਿਸ਼ਨ ਬਣਾ ਕੇ ਅੰਤਰਿਮ ਸਹਾਇਤਾ ਸੁਣੇ 1 ਜੁਲਾਈ 16 ਤੋਂ ਡੀਏ ਦੀ 6% ਦੀ ਕਿਸ਼ਤ ਤੇ 2 ਪਹਿਲੀਆਂ 17% ਡੀਏ ਦੀਆਂ ਕਿਸ਼ਤਾਂ ਜਿਹੜੀਆਂ 17 ਮਹੀਨਿਆਂ ਤੋਂ ਬਕਾਏ ਪਏ ਨੇ ਉਹ ਜਾਰੀ ਨਾ ਕੀਤੇ ਤਾਂ ਹੜਤਾਲ ਜਿਹੜੀ ਹੈ ਜੀ ਉਹ ਅਣਮਿੱਥੇ ਸਮੇਂ ਦੇ ਵਿੱਚ ਵੀ ਬਦਲੀ ਜਿਹੜੀ ਹੈ ਜੀ ਉਹ ਜਾ ਸਕਦੀ ਹੈ। ਅਜੇ ਕਿਸੇ ਕਿਸਮ ਦੀ ਕੋਈ ਜਿਹੜੀ ਹੈ ਜੀ ਇਹੋ ਜਿਹੀ ਕਨਸੋ ਨਹੀਂ ਮਿਲੀ ਜਿਹੜੀ ਕਿ ਹੜਤਾਲੀ ਮੁਲਾਜ਼ਮਾਂ ਦੀ ਜਥੇਬੰਦੀ ਦੇ ਨਾਲ ਸਰਕਾਰ ਦੀ ਕੋਈ ਗੱਲਬਾਤ ਜਿਹੜੀ ਹੈ ਜੀ ਉਹ ਹੋ ਰਹੀ ਹੋਵੇ। ਉਹਦਾ ਸ਼ਾਇਦ ਪ੍ਰਮੁੱਖ ਕਾਰਨ ਇਹ ਆ ਕਿ ਸਰਕਾਰ ਦੇ ਪੱਲੇ ਕੁਛ ਨਹੀਂ ਹੈਗਾ ਜੀ। ਜਿਹੜੀਆਂ ਮੰਗਾਂ ਇਹ ਮੰਨ ਰਹੇ ਨੇ ਉਹ ਪੈਸੇ ਕਿੱਥੋਂ ਆਉਣੇ ਨੇ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਵੱਡਾ ਸਵਾਲ ਹੈ। ਲੋਕਾਂ ਦੀ ਖੱਜਲ ਖੁਆਰੀ ਇਹਨਾਂ ਦਫ਼ਤਰਾਂ ਦੇ ਵਿੱਚ ਜਿਹੜੀ ਹੈ ਜੀ ਉਹ ਵੱਡੇ ਪੱਧਰ ਦੇ ਉੱਤੇ ਹੁੰਦੀ ਰਹੀ ਤੇ ਅੱਜ ਵੀ ਜਿਹੜਾ ਜੀ ਉਹ ਦਿਨ ਭਰ ਹੁੰਦੀ ਰਹੂਗੀ ਜੀ। ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਸਿੰਚਾਈ ਵਿਭਾਗ ਦੀਆਂ ਕੁਝ ਕੁ ਭਰਤੀਆਂ ਨਿਕਲੀਆਂ ਸੀ, ਪਰ ਉਹਨਾਂ ਤੇ ਰੋਕ ਕਿਉਂ ਲਾ ਦਿੱਤੀ ਗਈ ਹੈ? ਰੋਕ ਜਿਹੜੀ ਲਾਉਣ ਦਾ ਰੀਜ਼ਨ ਜਿਹੜਾ ਹੈਗਾ ਜੀ, ਇਹਨਾਂ ਦੇ ਵਿੱਚ ਹੋ ਰਹੇ ਜਿਹੜੇ ਘੁਟਾਲੇ ਵੱਖੋ ਵੱਖਰੇ ਵਿਭਾਗਾਂ ਦੇ ਵਿੱਚ ਹੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬਾਅਦ ਪ੍ਰਾਈਵੇਟ ਸੈਕਟਰ ਦੀ ਵਕਾਰੀ ਜਿਹੜੀ ਸੰਸਥਾ ਥਾਪਰ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਸਿੰਚਾਈ ਵਿਭਾਗ ਦੇ ਵਿੱਚ SDOs ਦੀ ਭਰਤੀ ਵਾਸਤੇ ਜਿਹੜਾ ਸੀਗਾ ਜੀ ਕੁਐਸਚਨ ਪੇਪਰ ਉਹ ਲੀਕ ਹੋ ਗਿਆ ਸੀਗਾ। ਉਸ ਤੋਂ ਬਾਅਦ ਸਰਕਾਰ ਲਈ ਨਵੀਂ ਭਰਤੀ ਜਿਹੜੀ ਹੈ ਜੀ ਉਹ ਇੱਕ ਵੱਡੀ ਚੁਣੌਤੀ ਬਣ ਕੇ ਜਿਹੜੀ ਉਹ ਸਾਹਮਣੇ ਆਈ ਹੈ। ਔਰ ਪੰਜਾਬ ਦੇ ਸਰਕਾਰੀ ਵਿਭਾਗਾਂ ਦੇ ਵਿੱਚ ਨੌਕਰੀਆਂ ਹਾਸਲ ਕਰਨ ਦੀ ਖਾਤਰ ਜਿਹੜੀ ਪੈਸੇ ਦੀ ਖੇਡ ਚੱਲ ਰਹੀ ਆ, ਉੱਥੇ ਸਰਕਾਰੀ ਅਦਾਰਿਆਂ ਦੀ ਭਰੋਸੇਯੋਗਤਾ ਨੂੰ ਤਾਂ ਸੱਟ ਜਿਹੜੀ ਹੈ ਜੀ ਉਹ ਵੱਜੀ ਆ। ਉੱਥੇ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਦਾ ਸ਼ੋਸ਼ਣ ਵੀ ਜਿਹੜਾ ਉਹ ਵਧਿਆ। ਪੰਜਾਬ ਵਿਜੀਲੈਂਸ ਬਿਊਰੋ ਨੇ ਸਿੰਚਾਈ ਵਿਭਾਗ ਦੇ ਵਿੱਚ ਭਰਤੀ ਸੰਬੰਧੀ ਕੁਐਸਚਨ ਪੇਪਰ ਲੀਕ ਹੋਣ ਦੇ ਮਾਮਲੇ ਦੇ ਵਿੱਚ 9 ਬੰਦੇ ਜਿਹੜੇ ਆ ਜੀ ਉਹ ਗ੍ਰਿਫਤਾਰ ਕਰਕੇ ਕੇਸ ਦਰਜ ਕਰਨ ਤੋਂ ਬਾਅਦ ਇਸ ਭਰਤੀ ਪ੍ਰਕਿਰਿਆ ਦੇ ਉੱਤੇ ਰੋਕ ਜਿਹੜੀ ਆ ਉਹ ਲਾ ਦਿੱਤੀ ਹੈ। ਬੇਰੁਜ਼ਗਾਰ ਨੌਜਵਾਨ ਜਿਹੜੇ ਨੇ ਜੀ ਉਹ ਰੌਲਾ ਰੱਪਾ ਪਾ ਰਹੇ ਨੇ ਕਿ ਸਰਕਾਰ ਭਰਤੀ ਪ੍ਰੀਖਿਆ ਜਿਹੜੀ ਆ ਜੀ ਉਹ ਰੱਦ ਕਰਕੇ ਉਹਨਾਂ ਦੇ ਨਾਲ ਧੱਕਾ ਕਰ ਰਹੀ ਹੈ। ਪਰ ਦੂਜੇ ਪਾਸੇ ਜਿਹੜਾ ਵਿਜੀਲੈਂਸ ਵਿਭਾਗ ਹੈ ਜੀ ਉਹ ਕਹਿੰਦਾ ਭਰਤੀ ਨਹੀਂ ਕੀਤੀ ਜਾ ਸਕਦੀ ਉਨੀ ਦੇਰ ਜਿੰਨੀ ਦੇਰ ਤੱਕ ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਉਹ ਜਾਰੀ ਹੈ। ਜਿਹੜੇ ਧੱਕਾ ਜਾਂ ਸ਼ੋਸ਼ਣ ਤੁਸੀਂ ਦੇਖੋ ਕਿ ਜਿਹੜਾ ਉਮੀਦਵਾਰ ਹੈ ਉਹਨੂੰ ਇੱਕ ਪੇਪਰ ਦੇਣ ਦਾ 500 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਫੀਸ ਜਿਹੜੀ ਹੈ ਜੀ ਉਹ ਅਦਾ ਕੀਤੀ ਜਾਂਦੀ ਹੈ। ਜਿਹੜੇ ਉਹਦੇ ਬਾਕੀ ਵਿਚਾਰੇ ਦੇ ਖਰਚੇ ਨੇ ਉਹ ਡਿਫਰੈਂਟ ਨੇ। ਹਾਂ, ਕਿਸੇ ਨੂੰ ਇਹ ਲੱਗਦਾ ਹੋਵੇ ਕਿ 500 ਰੁਪਈਆ ਜਾਂ 1000 ਰੁਪਈਆ ਕਿੱਡੀ ਕੁ ਵੱਡੀ ਅਮਾਊਂਟ ਹੈ, ਪਰ ਇੱਕ ਬੇਰੁਜ਼ਗਾਰ ਤੋਂ ਜਿਹੜਾ ਜੀ ਉਹ ਪੁੱਛਿਆ ਜਾ ਸਕਦਾ ਹੈ ਜਿਹਦੇ ਮਾਪਿਆਂ ਨੇ ਰੁੱਗ ਪੈਸਿਆਂ ਦੇ ਕੇ ਪਹਿਲਾਂ ਡਿਗਰੀਆਂ ਦਵਾਈਆਂ ਤੇ ਮੁੜ ਕੇ ਐਪਲੀਕੇਸ਼ਨਾਂ ਵੇਚ ਕੇ ਸਰਕਾਰਾਂ ਜਿਹੜੀਆਂ ਜੀ ਉਹ ਪੈਸੇ ਬਣਾਈ ਜਾਂਦੀਆਂ ਨੇ। ਉਹਨਾਂ ਨੂੰ ਪਤਾ ਕਿ 500 ਰੁਪਈਆ ਜਾਂ 1000 ਰੁਪਈਆ ਜਿਹੜਾ ਜੀ ਉਹ ਕਿੱਡੀ ਵੱਡੀ ਰਕਮ ਹੈ। ਜਿਹੜੇ ਸਿੰਚਾਈ ਵਿਭਾਗ ਦੇ ਸਕੱਤਰ ਲਾਏ ਹੋਏ ਨੇ ਕਾਨ ਸਿੰਘ ਪੰਨੂ ਹੁਰੀ, ਉਹ ਕਹਿੰਦੇ ਨੇ ਕਿ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਫਿਲਹਾਲ ਭਰਤੀ ਦੇ ਉੱਤੇ ਰੋਕ ਜਿਹੜੀ ਹੈ ਜੀ ਉਹ ਲਾ ਦਿੱਤੀ ਗਈ ਆ। ਸਾਰੀ ਸਥਿਤੀ ਸਾਹਮਣੇ ਆਉਣ ਤੋਂ ਬਾਅਦ
ਅਗਲਾ ਫੈਸਲਾ ਜਿਹੜਾ ਜੀ ਉਹ ਕੀਤਾ ਜਾਊਗਾ। ਹੁਣ ਅਗਲਾ ਫੈਸਲਾ ਕਦੋਂ ਜਿਹੜਾ ਜੀ ਹੋਣਾ, ਕਿਉਂਕਿ ਨਵੰਬਰ ਮਹੀਨਾ ਜਿਹੜਾ ਜੀ ਉਹ ਸ਼ੁਰੂ ਹੋਣ ਵਾਲਾ ਤੇ ਨਵੰਬਰ ਮਹੀਨੇ ਦੇ ਵਿੱਚ ਕਿਸੇ ਟਾਈਮ ਵੀ ਪੰਜਾਬ ਦੇ ਵਿੱਚ ਚੋਣ ਜ਼ਾਬਤਾ ਲੱਗਣ ਦੇ ਆਸਾਰ ਜਿਹੜੇ ਆ ਜੀ ਉਹ ਬਣ ਰਹੇ ਨੇ। ਸੋ ਇਹ ਜਿਹੜੀ ਭਰਤੀ ਪ੍ਰਕਿਰਿਆ ਹੈ, ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਖੂਹ ਖਾਤੇ ਦੇ ਵਿੱਚ ਜਿਹੜੀ ਜੀ ਉਹ ਪੈ ਗਈ। ਬਿਲਕੁਲ ਜੀ। ਚੱਲ ਇੱਕ ਗੱਲੋਂ ਤਾਂ ਲੋਕੀ ਬਚੇ ਲੁੱਟ ਹੋਣ ਤੋਂ, ਪਰ ਜੋਬਾਂ ਮਿਲਣ ਤੋਂ ਵੀ ਉਹਨਾਂ ਨੂੰ ਪ੍ਰੋਬਲਮ ਹੋਊਗੀ। ਤੇ ਅੱਗੇ ਆਪਾਂ ਸਲਵਿੰਦਰ ਸਿੰਘ SP ਦੀ ਜੇ ਗੱਲ ਕਰੀਏ, ਉਸ ਦੇ ਖਿਲਾਫ ਇੱਕ ਕੇਸ ਦਰਜ। ਸਲਵਿੰਦਰ ਸਿੰਘ ਜਿਹੜਾ ਜੀ ਉਹ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਚਰਚਿਤ ਹੀ ਜਿਹੜਾ ਉਹ ਰਹਿੰਦਾ। ਜਦੋਂ ਹਮਲਾ ਹੋਇਆ ਸੀਗਾ ਜੀ ਪਠਾਨਕੋਟ, ਉਦੋਂ ਬਾਅਦ ਜ਼ਿਆਦਾ ਜਿਹੜਾ ਜੀ ਇਹ ਚਰਚਾ ਦੇ ਵਿੱਚ ਆਇਆ ਸੀਗਾ ਔਰ ਇਹਨੂੰ ਜਿਹੜੀ NIA ਸੀ ਉਹਨੇ ਲੰਮੀ ਪੁੱਛਗਿੱਛ ਜਿਹੜੀ ਉਹ ਕੀਤੀ ਸੀਗੀ। ਹਾਲਾਂਕਿ ਉਸ ਪੁੱਛਗਿੱਛ ਦੇ ਵਿੱਚੋਂ ਬਹੁਤਾ ਕੁਝ ਜਿਹੜਾ ਉਹ ਨਿਕਲਿਆ ਜਾਂ ਨਹੀਂ ਨਿਕਲਿਆ, ਇਹ ਕਦੀ ਵੀ ਗੱਲ ਜਿਹੜੀ ਸਾਹਮਣੇ ਨਹੀਂ ਆ ਸਕੀ, ਪਰ ਉਹਨੂੰ ਕਲੀਨ ਚਿੱਟ ਜਿਹੜੀ ਜੀ ਇੱਕ ਕਿਸਮ ਦੇ ਨਾਲ ਦੇ ਦਿੱਤੀ ਗਈ ਸੀ, ਜਿਹੜਾ ਕਿ ਹੀਰੇ ਲੈ ਕੇ ਸਮਗਲਰ ਲੰਘਾਉਂਦਾ ਸੀਗਾ ਸਰਹੱਦ ਤੋਂ ਤੇ ਅੱਤਵਾਦੀਆਂ ਨੂੰ ਵੀ ਜਿਹੜਾ ਜੀ ਉਹ ਨਾਲ ਲੰਘਾਉਂਦਾ ਰਿਹਾ। ਉਹਦੇ ਉੱਤੇ ਹੁਣ ਜਿਹੜਾ ਜੀ ਗੁਰਦਾਸਪੁਰ ਦੇ ਵਿੱਚ ਜਦੋਂ ਬਤੌਰ ਉਹ SP ਤਾਇਨਾਤ ਸੀਗਾ ਤਾਂ ਉਦੋਂ ਦਾ ਇੱਕ ਮਾਮਲੇ ਦੇ ਵਿੱਚ ਉਹਦੇ ਉੱਤੇ ਪਰਚਾ ਜਿਹੜਾ ਜੀ ਉਹ ਦਰਜ ਹੋ ਗਿਆ ਜੀ ਛੇੜਛਾੜ ਦਾ। ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਇੱਕ ਜਾਂਚ ਟੀਮ ਦੇ ਵੱਲੋਂ ਜਿਹੜੀ ਉਹ ਕੀਤੀ ਜਾ ਰਹੀ ਸੀਗੀ ਔਰ ਔਰਤਾਂ ਜਿਹੜੀਆਂ ਨੇ ਜੀ ਜਿਹੜੀਆਂ ਉਹਦੀਆਂ ਕੋ-ਵਰਕਰ ਸਨ, ਉਹਨਾਂ ਨੇ ਸ਼ਿਕਾਇਤ ਇਹ ਕੀਤੀ ਸੀਗੀ। ਜਿਹੜੇ IG ਗੁਰਪ੍ਰੀਤ ਦਿਓ ਨੇ ਉਹਨਾਂ ਦੇ ਕੋਲੇ ਜਾਂਚ ਦੇ ਵਾਸਤੇ ਭੇਜੀ ਗਈ ਸੀ, ਜਿਨ੍ਹਾਂ ਨੇ ਅੱਗੋਂ ਉਹਨਾਂ ਦੀ ਸਿਫਾਰਿਸ਼ ਦੇ ਉੱਤੇ ਇਹ ਜਿਹੜਾ ਜੀ ਕੇਸ ਦਰਜ ਕੀਤਾ ਗਿਆ। ਸਲਵਿੰਦਰ ਸਿੰਘ ਦੀ ਪਹਿਲਾਂ ਦਰਜ ਕੁਝ ਕੇਸਾਂ ਦੇ ਵਿੱਚ ਜ਼ਮਾਨਤ ਅਰਜ਼ੀ ਜਿਹੜੀ ਹੈ ਜੀ ਉਹ ਖਾਰਜ ਹੋ ਚੁੱਕੀ ਹੈ। ਅਜੇ ਇਹਦੀ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਨਹੀਂ ਹੋਈ। ਜਿਹੜਾ ਸਲਵਿੰਦਰ ਸਿੰਘ ਹੈ ਜੀ ਉਹ ਕੁਝ ਰਾਜਨੀਤਿਕ ਜਿਹੜੇ ਨੇ ਜੀ ਨੋਨ, ਉਹਨਾਂ ਦਾ ਬੜਾ ਨੇੜਲਾ ਹੈ, ਜਿਹਦੇ ਕਰਕੇ ਜਦੋਂ ਇਹਦੇ ਤੋਂ ਪੁੱਛਗਿੱਛ NIA ਦੇ ਵੱਲੋਂ ਕੀਤੀ ਜਾ ਰਹੀ ਸੀਗੀ ਤੇ ਸਭ ਤੋਂ ਵੱਧ ਫਿਕਰਮੰਦੀ ਜਿਹੜੀ ਉਹਨਾਂ ਇਹਦੇ ਜਿਹੜੇ ਆਕਾ ਨੇ ਉਹਨਾਂ ਦੇ ਵਿੱਚ ਹੀ ਸੀਗੀ ਵੀ ਕਿਤੇ ਇਹ ਬੰਦਾ ਉਹਨਾਂ ਦਾ ਨਾਮ ਜਿਹੜਾ ਜੀ ਉਹ ਨਾ ਲੈ ਦੇ, ਜਿਨ੍ਹਾਂ ਦੇ ਵੱਡੇ ਵੱਡੇ ਫਾਰਮ ਹਾਊਸ ਜਿਹੜੇ ਨੇ ਜੀ ਉਹ ਬਣਾਏ ਹੋਏ ਨੇ ਸਰਹੱਦੀ ਖੇਤਰ ਦੇ ਵਿੱਚ ਜੀ। ਤੇ ਅਗਲੀ ਆਪਾਂ ਗੱਲ ਕਰਦੇ ਹਾਂ ਜੀ ਫਰੋਤੀ ਕੇਸ ਦੀ। ਉਸ ਦੇ ਵਿੱਚ ਅਕਾਲੀ ਆਗੂ ਤੇ ਸਾਥੀ ਗ੍ਰਿਫਤਾਰ। ਕੁਝ ਇਹ ਤੁਸੀਂ ਇਹ ਕਹਿ ਲਓ ਕਿ ਜਿੰਨੇ ਇਹੋ ਜਿਹੇ ਜਿਹੜੇ ਮਾਮਲੇ ਆਉਂਦੇ ਨੇ, ਚਾਹੇ ਉਹ ਕੋਈ ਵੀ ਕੁੱਟਮਾਰ ਦਾ ਹੋਵੇ ਤੇ ਚਾਹੇ ਜਿਹੜਾ ਜੀ ਲੜਾਈ ਝਗੜੇ ਦਾ ਹੋਵੇ, ਉਹਦੇ ਵਿੱਚ ਸੱਤਾਧਾਰੀਆਂ ਦੇ ਆਗੂਆਂ ਦਾ ਨਾਂ ਤਾਂ ਬੋਲਦਾ ਹੀ ਹੈ, ਜਿਨ੍ਹਾਂ ਦੇ ਕਾਰਾਂ ਦੇ ਉੱਤੇ ਵੱਡੇ ਵੱਡੇ ਸਟਿੱਕਰ ਪ੍ਰਾਊਡ ਟੂ ਬੀ ਅਕਾਲੀ ਜਿਹੜਾ ਜੀ ਉਹ ਲੱਗੇ ਹੋਏ ਨੇ। ਇਹ ਹੁਣ ਵੱਡਾ ਮਾਮਲਾ ਇੱਕ ਜਿਹੜਾ ਜੀ ਉਹ ਸਾਹਮਣੇ ਆ ਗਿਆ ਤੇ ਮਾਨਸਾ ਪੁਲਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਤੇ ਸੰਤ ਸਮਾਜ ਦਾ ਜਨਰਲ ਸਕੱਤਰ ਬਾਬਾ ਸੁਖਚੈਨ ਸਿੰਘ ਧਰਮਪੁਰਾ ਦੇ ਮੁੰਡੇ ਤੇ ਅਕਾਲੀ ਆਗੂ ਕਲਿਆਣ ਸਿੰਘ ਧਰਮਪੁਰਾ ਤੇ ਉਹਦੇ ਭਾਣਜੇ ਗੁਰਪ੍ਰੀਤ ਸਿੰਘ ਚਹਿਲ ਨੂੰ ਬੁਢਲਾਡੇ ਦੇ ਵਪਾਰੀ ਚਮਨ ਲਾਲ ਦੇ ਕੋਲੋਂ 1 ਕਰੋੜ ਰੁਪਏ ਦੀ ਜਿਹੜੀ ਫਰੌਤੀ ਲੈ ਕੇ ਉਹਨੂੰ ਛੱਡਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜੀ। ਇਹ ਜਿਹੜਾ ਵਪਾਰੀ ਚਮਨ ਲਾਲ ਹੈ, 4 ਸਤੰਬਰ ਨੂੰ ਇਹਨੂੰ ਕਿਡਨੈਪ ਕਰ ਲਿਆ ਗਿਆ ਸੀਗਾ। 18 ਦਿਨਾਂ ਤੋਂ ਬਾਅਦ ਪਰਿਵਾਰ ਨੇ ਜਿਹੜੇ ਇਹਨੂੰ ਕਿਡਨੈਪਰ ਸੀਗੇ ਜੀ ਉਹਨਾਂ ਨੂੰ 1 ਕਰੋੜ ਰੁਪਈਆ ਦੇ ਕੇ ਵਪਾਰੀ ਨੂੰ ਛੁਡਵਾਇਆ ਸੀਗਾ। ਪੁਲਿਸ ਨੇ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਧਰਮਪੁਰਾ ਤੋਂ ਗ੍ਰਿਫਤਾਰ ਕੀਤਾ ਔਰ ਪੁਲਿਸ ਦੇ ਵੱਲੋਂ ਇਹ ਦੱਸਿਆ ਗਿਆ ਜੀ ਕਿ ਕਲਿਆਣ ਸਿੰਘ ਧਰਮਪੁਰਾ ਤੇ ਗੁਰਪ੍ਰੀਤ ਸਿੰਘ ਚਹਿਲ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਉਹਨਾਂ ਦੇ ਕੋਲੋਂ ਫਰੌਤੀ ਦੇ ਜਿਹੜੇ 22 ਲੱਖ ਰੁਪਏ ਜਿਹੜੇ ਆ ਉਹ ਬਰਾਮਦ ਕਰ ਲਏ ਗਏ ਨੇ। ਜਿਹੜਾ ਇਹ ਵਿਅਕਤੀ ਹੈ ਜੀ ਇਹ ਅਕਾਲੀ ਆਗੂਆਂ ਦੇ ਬਹੁਤ ਨੇੜੇ ਹੈ ਔਰ ਅਕਸਰ ਜਿਹੜਾ ਜੀ ਜਿਹੜੀਆਂ ਇੱਥੇ ਇਸ ਏਰੀਏ ਦੇ ਵਿੱਚ ਸਰਗਰਮੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਸਟੇਜ ਦੇ ਉੱਤੇ ਸੱਜੇ ਜਾਂ ਖੱਬੇ ਜਿਹੜਾ ਜੀ ਕਲਿਆਣ ਸਿੰਘ ਧਰਮਪੁਰਾ ਖੜੋਤਾ ਹੁੰਦਾ। ਖਾਸ ਤੌਰ ਦੇ ਉੱਤੇ ਬੀਬੀ ਹਰਸਿਮਰਤ ਕੌਰ ਹੋਰਾਂ ਦੇ ਜਿਹੜੀਆਂ ਫੋਟੋਆਂ ਦੇ ਵਿੱਚ ਉਹਨੂੰ ਅਕਸਰ ਜਿਹੜਾ ਜੀ ਉਹ ਵੇਖਿਆ ਜਾ ਸਕਦਾ ਜੀ। ਜਿਹੜਾ ਇਹ ਪਰਿਵਾਰ ਆ ਚਿਮਨ ਲਾਲ ਦਾ, ਉਹ ਪੁਲਿਸ ਦੀ ਪਹਿਲੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਸੀਗਾ, ਜਿਹਦੇ ਕਰਕੇ ਉਹ ਮੁੱਖ ਮੰਤਰੀ ਨੂੰ ਵੀ ਮਿਲਿਆ, DGP ਨੂੰ ਵੀ ਜਿਹੜਾ ਜੀ ਉਹ ਮਿਲਿਆ। ਫਿਰ ਜਿਹੜੀ ਜਾਂਚ ਸੀਗੀ ਜੀ ਉਹ ਹੋਈ ਤੇ ਉਹਦੇ ਵਿੱਚੋਂ ਇਹ ਵੱਡੇ ਜਿਹੜਾ ਸੀਗਾ ਜੀ ਕਲਿਆਣ ਸਿੰਘ ਧਰਮਪੁਰਾ ਇਹਨੂੰ ਜਿਹੜਾ ਜੀ ਉਹ ਹੱਥ ਪੈ ਸਕਿਆ ਜੀ। ਜਿਹੜਾ ਅਕਾਲੀ ਦਲ ਦਾ ਯੂਥ ਅਕਾਲੀ ਦਲ ਹੈ ਜਿਹੜਾ ਮਾਲਵਾ ਜ਼ੋਨ ਇਹਨਾਂ ਨੇ ਬਣਾਇਆ ਹੋਇਆ, ਉਹਦਾ ਜਨਰਲ ਸਕੱਤਰ ਦੇ ਵਜੋਂ ਕੰਮ ਜਿਹੜਾ ਜੀ ਉਹ ਕਲਿਆਣ ਸਿੰਘ ਧਰਮਪੁਰਾ ਜਿਹੜਾ ਜੀ ਉਹ ਕਰ ਰਿਹਾ। ਵੈਸੇ ਜਨਰਲ ਸਕੱਤਰ ਉਧਰ ਸੀਗਾ, ਪੈਸੇ ਕਮਾਉਣ ਦਾ ਇਹਦਾ ਇਹੀ ਧੰਦਾ ਜਿਹੜਾ ਜੀ ਉਹ ਦੱਸੀਦਾ। ਤੁਸੀਂ ਇਹ ਦੇਖੋ ਕਿ ਜਿਸ ਬੰਦੇ ਨੂੰ ਅਗਵਾ ਕੀਤਾ
18 ਦਿਨ ਤੱਕ ਉਹਦੀ ਉੱਗ ਸੁੱਗ ਨਹੀਂ ਲੱਗਣ ਦਿੱਤੀ। ਫਿਰ ਜਿਹੜਾ ਸੌਦਾ ਸੀਗਾ ਉਹ 1 ਕਰੋੜ ਰੁਪਈਏ ਦੇ ਵਿੱਚ ਮਾਰਿਆ। ਇਹ ਤਾਂ ਨਹੀਂ ਹੋ ਸਕਦਾ ਜੀ ਵੀ ਇਹ ਪਹਿਲਾ ਉਹਨਾਂ ਦਾ ਕਾਰਾ ਸੀਗਾ, ਕਿਉਂਕਿ ਪਹਿਲੀ ਜਿਹੜੀ ਕਾਰਵਾਈ ਹੈ ਕਰੋੜ ਰੁਪਈਏ ਤੱਕ ਸਕਸੈਸ ਹੋ ਜਾਣੀ ਪੋਸੀਬਲ ਨਹੀਂ ਹੈ। ਇਹਦਾ ਮਤਲਬ ਐਕਸਪੀਰੀਅੰਸ ਜਿਹੜਾ ਜੀ ਉਹ ਪਹਿਲਾਂ ਕਾਫੀ ਹੈਗਾ ਇਹੋ ਜਿਹੀਆਂ ਜਿਹੜੀਆਂ ਉਹ ਵਾਰਦਾਤਾਂ ਦੇ ਵਿੱਚ। ਹੁਣ ਉਹ ਵਾਰਦਾਤਾਂ ਜਿਹੜੀਆਂ ਦੀ ਉਹ ਸਾਹਮਣੇ ਆਉਂਦੀਆਂ ਨੇ ਜਾਂ ਨਹੀਂ, ਪਰ ਇੰਨਾ ਹੈ ਜੀ ਕਿ ਮਾਨਸਾ ਡਿਸਟ੍ਰਿਕਟ ਔਰ ਪੰਜਾਬ ਦੇ ਵਿੱਚ ਮੂੰਹ 'ਚ ਉਂਗਲਾਂ ਜਿਹੜੀਆਂ ਦੀ ਉਹ ਜ਼ਰੂਰ ਬਹੁਤਿਆਂ ਦੇ ਪੈ ਗਈਆਂ ਨੇ ਕਿ ਇਹ ਕਾਰੇ ਜਿਹੜੇ ਜੀ ਉਹ ਕਿਹੋ ਜਿਹੇ ਕਰਦੇ ਫਿਰਦੇ ਨੇ, ਐਡੇ ਐਡੇ ਵੱਡੇ ਜਿਹੜੇ ਜੀ ਉਹ ਸਟਿੱਕਰ ਲਾ ਕੇ। ਬਿਲਕੁਲ ਜੀ, ਜਿਹੜਾ 8-9 ਸਾਲ ਤੋਂ ਪਿੱਛੋਂ ਇਸ ਤਰ੍ਹਾਂ ਦਾ ਚੱਲ ਰਿਹਾ ਆ ਉਹ ਇਹਨਾਂ ਦੀ ਵਜ੍ਹਾ ਕਰਕੇ ਹੀ ਚੱਲ ਰਿਹਾ ਜੀ ਸਾਰਾ ਕੁਝ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਪੰਜਾਬ ਦੀ ਜਿਹੜੀ ਸੱਤਾਧਾਰੀ ਪਾਰਟੀ ਆ ਕਿਸਾਨਾਂ ਦੀ ਬੜੀ ਹੱਥੈਚੀ ਆ, ਪਰ ਫਿਰ ਵੀ ਜਿਹੜਾ ਕਹਿੰਦੇ ਆਏ ਦਿਨ ਸਾਨੂੰ ਇਹ ਖਬਰਾਂ ਮਿਲਦੀਆਂ ਕਿ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ ਤੇ ਕਰਜ਼ੇ ਹੇਠ ਆਏ 2 ਹੋਰ ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਬਿਲਕੁਲ ਜੀ, ਇਹ ਤਾਂ ਐਕਚੁਅਲੀ ਬਹੁਤ ਇਹ ਕਹਿ ਲਓ ਕਿ ਐਸਾ ਮਸਲਾ ਹੈ ਜੀ ਕਿ ਜਿਹੜਾ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਜੀ। ਇਹ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਜਾਰੀ ਆ। ਹਾਂ, ਜੇ ਕੋਈ ਨਹੀਂ ਮੰਨਦਾ ਤਾਂ ਉਹ ਸਰਕਾਰਾਂ ਜਿਹੜੀਆਂ ਜੀ ਉਹ ਨਹੀਂ ਮੰਨਦੀਆਂ ਇਸ ਗੱਲ ਨੂੰ ਕਿ ਇਸ ਤਰ੍ਹਾਂ ਦਾ ਕੁਝ ਜਿਹੜਾ ਜੀ ਇੱਥੇ ਹੋ ਰਿਹਾ। 3 ਦਿਨ ਪਹਿਲਾਂ ਉਹ ਨੌਜਵਾਨ ਕਿਸਾਨ ਵੀ ਜਿਹੜਾ ਜੀ ਉਹ ਖੁਦਕੁਸ਼ੀ ਕਰ ਗਿਆ, ਜਿਹੜਾ ਕਿ ਇੱਥੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸੁਚੇਤ ਕਰਦਾ ਸੀਗਾ ਕਿ ਖੁਦਕੁਸ਼ੀਆਂ ਨਾ ਕਰੋ। ਉਹਦੇ ਆਪਣੇ ਸਿਰ ਦੇ ਉੱਤੇ 7.5 ਲੱਖ ਰੁਪਈਏ ਦਾ ਕਰਜ਼ਾ ਸੀਗਾ ਤੇ ਉਹਦੇ ਵਜ੍ਹਾ ਕਰਕੇ ਜਿਹੜਾ ਜੀ ਉਹ ਵੀ ਫਾਹਾ ਲੈ ਕੇ ਜਿਹੜਾ ਉਹ ਇਸ ਦੁਨੀਆ ਤੋਂ ਤੁਰ ਗਿਆ। ਹੁਣ 2 ਹੋਰ ਕਿਸਾਨ ਪਿਛਲੇ 24 ਘੰਟਿਆਂ ਦੇ ਦੌਰਾਨ ਜਿਹੜੇ ਆ ਜੀ ਉਹ ਖੁਦਕੁਸ਼ੀ ਕਰ ਗਏ ਨੇ। ਝੁਨੀਰ ਦੇ ਨੇੜੇ ਪਿੰਡ ਦਾਨੇਵਾਲਾ, ਇੱਥੋਂ ਦਾ ਦਰਸ਼ਨ ਸਿੰਘ ਜਿਹੜਾ 52 ਸਾਲਾਂ ਦਾ ਸੀਗਾ ਜੀ, ਉਹਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਜਿਹੜੀ ਆ ਜੀ ਉਹ ਸਮਾਪਤ ਕਰ ਲਈ ਆ। ਔਰ ਪਿੰਡ ਘੋੜੇ ਨੱਬ ਦੇ ਵਿੱਚ ਕਰਜ਼ੇ ਦੇ ਦੈਂਤ ਨੇ ਇੱਕ ਹੋਰ ਕਿਸਾਨ ਨੂੰ ਜਿਹੜਾ ਜੀ ਉਹ ਨਿਗਲ ਲਿਆ। ਜਿਹੜਾ ਪਿੰਡ ਦਾਨੇਵਾਲਾ ਦੇ ਅਕਾਲੀ ਆਗੂ ਤੇ ਚੇਅਰਮੈਨ ਸਵਰਨ ਸਿੰਘ ਦਾਨੇਵਾਲੀਆ ਨੇ ਦੱਸਿਆ ਜੀ ਕਿ ਦਰਸ਼ਨ ਸਿੰਘ ਦੇ ਕੋਲੇ ਕੋਈ 2.5 ਏਕੜ ਜ਼ਮੀਨ ਸੀਗੀ ਸਿਰਫ। ਉਹਦੀ ਫਸਲ ਚੰਗੀ ਨਹੀਂ ਸੀ ਹੋਈ, ਜਿਹਦੇ ਕਰਕੇ ਉਹ ਬਹੁਤ ਪਰੇਸ਼ਾਨ ਜਿਹੜਾ ਉਹ ਰਹਿੰਦਾ ਸੀਗਾ। ਔਰ ਉਹਦੇ ਸਿਰ 2.5 ਲੱਖ ਰੁਪਈਏ ਦਾ ਆੜ੍ਹਤੀਆਂ ਦਾ ਕਰਜ਼ਾ ਤੇ ਸੁਸਾਇਟੀ ਦਾ 50,000 ਰੁਪਈਏ ਦਾ, ਤੇ ਲੋਕਾਂ ਤੋਂ ਜਿਹੜੇ ਫੜੇ ਫੜਾਏ ਸੀ ਉਹ 2 ਲੱਖ ਰੁਪਈਆ ਉਹਦੇ ਸਿਰ ਕਰਜ਼ਾ ਸੀਗਾ। 2 ਕੁੜੀਆਂ ਦੇ ਵਿਆਹਾਂ ਦੀ ਉਹਨੂੰ ਜਿਹੜੀ ਜੀ ਉਹ ਚਿੰਤਾ ਸੀਗੀ। ਇਸੇ ਕਰਕੇ ਉਹਨੇ ਜ਼ਹਿਰੀਲੀ ਦਵਾਈ ਜਿਹੜੀ ਆ ਜੀ ਉਹ ਪੀ ਕੇ ਖੁਦਕੁਸ਼ੀ ਕਰ ਲਈ ਹੈ। ਔਰ ਜਿਹੜਾ ਦੂਸਰਾ ਵਿਅਕਤੀ ਜਿਹੜਾ ਹੈ ਜੀ ਉਹਦੇ ਕੋਲੇ ਵੀ ਸਿਰਫ 6 ਕਨਾਲਾਂ ਜਿਹੜੀ ਉਹ ਜ਼ਮੀਨ ਸੀਗੀ। ਬੈਂਕ ਤੇ ਆੜ੍ਹਤੀਆਂ ਦਾ ਉਹਦੇ ਸਿਰ ਦੇ ਉੱਤੇ 6 ਲੱਖ ਕੀਤੀ ਹੈ। ਇਹ 2 ਕਿਸਾਨ ਨੇ ਜੀ 24 ਘੰਟਿਆਂ ਦੇ ਦੌਰਾਨ ਜਿਨ੍ਹਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਜਿਹੜੀ ਹੈ ਜੀ ਉਹ ਕੀਤੀ ਹੈ। ਕਿਸਾਨਾਂ ਦੇ ਨਾਂ ਦੇ ਉੱਤੇ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਦੀ ਉਹ ਵੋਟ ਬੈਂਕ ਨੂੰ ਭਨਾਉਣ ਦੇ ਚੱਕਰ ਦੇ ਵਿੱਚ ਨੇ, ਪਰ ਸਵਾਲ ਸਭ ਤੋਂ ਵੱਡਾ ਇਹ ਹੈ ਜੀ ਕਿ ਖੁਦਕੁਸ਼ੀਆਂ ਜਿਹੜੀਆਂ ਜੀ ਉਹ ਕਿਵੇਂ ਰੋਕਣ। ਬਿਲਕੁਲ ਜੀ, ਜਿਹੜੇ ਜਾਨਾਂ ਛੱਡ ਗਏ ਤਾਂ ਉਹ ਪਰਿਵਾਰ ਹੋਰ ਦੁਖੀ ਹੋਏ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪੁਲਿਸ ਮੁਖੀ ਦੀ, ਜਿਹੜਾ ਕਿ ਇਹ ਬਹੁਤ ਪਹਿਲਾਂ ਜਿਹੜਾ ਇਸ ਦਾ ਖੁਲਾਸਾ ਹੋ ਜਾਣਾ ਚਾਹੀਦਾ ਸੀਗਾ। ਪੁਲਿਸ ਮੁਖੀ ਨੇ ਗੈਂਗਵਾਰ ਤੇ ਚਿੰਤਾ ਪ੍ਰਗਟਾਈ। ਉਹਨੇ ਚਿੰਤਾ ਜਿਹੜੀ ਇਹਦੀ ਬਿਲਕੁਲ ਪ੍ਰਗਟ ਇਸ ਗੱਲ ਦੇ ਉੱਤੇ ਕੀਤੀ ਆ। ਜਿਹੜੀਆਂ ਸਿਆਸੀ ਪਾਰਟੀਆਂ ਨੇ, ਵਿਰੋਧੀ ਪਾਰਟੀਆਂ ਨੇ ਖਾਸ ਤੌਰ ਦੇ ਉੱਤੇ, ਉਹਨਾਂ ਨੇ ਵੀ ਇਹਦੇ ਉੱਤੇ ਸਵਾਲ ਤਾਂ ਉਹ ਪਿਛਲੇ ਸਮੇਂ ਦੇ ਦੌਰਾਨ ਵੀ ਖੜੇ ਕਰਦੇ ਰਹੇ ਨੇ, ਅੱਜ ਵੀ ਜਿਹੜਾ ਜੀ ਉਹ ਕਰ ਰਹੇ ਨੇ। ਪੰਜਾਬ ਪੁਲਿਸ ਦੇ ਡਾਇਰੈਕਟਰ ਸੁਰੇਸ਼ ਅਰੋੜਾ ਹੋਰੀ ਕਹਿੰਦੇ ਨੇ ਕਿ ਸਰਹੱਦ ਪਾਰਲੇ ਅੱਤਵਾਦ ਦੇ ਖਤਰੇ ਨਾਲ ਨਜਿੱਠਣ ਲਈ ਸਰਹੱਦ ਦੇ ਉੱਤੇ ਸੁਰੱਖਿਆ ਦੀ ਦੂਜੀ ਕਤਾਰ ਦੇ ਵਜੋਂ ਪ੍ਰਬੰਧਾਂ ਨੂੰ ਮਜ਼ਬੂਤ ਜਿਹੜਾ ਜੀ ਉਹ ਕੀਤਾ ਜਾ ਰਿਹਾ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ 7,000 ਨਵੇਂ ਮੁਲਾਜ਼ਮ ਜਿਹੜੇ ਨੇ ਉਹ ਭਰਤੀ ਕੀਤੇ ਜਾ ਰਹੇ ਨੇ, ਜਿਹਦੇ ਨਾਲ ਪੰਜਾਬ ਦੇ ਵਿੱਚ ਪੁਲਿਸ ਅਮਲੇ ਦੀ ਘਾਟ ਜਿਹੜੀ ਹੈ ਜੀ ਉਹ ਪੂਰੀ ਹੋਊਗੀ। ਜਿਹੜਾ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੇ ਜਿਹੜੀ ਕੀਤੀ ਆ, ਉਹ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਪੰਜਾਬ ਦੇ ਵਿੱਚ ਗੈਂਗਵਾਰ ਜਿਹੜੀ ਹੈ ਜੀ ਉਹ ਵੱਧ ਰਹੀ ਆ। ਔਰ ਇਹਦੇ ਉੱਤੇ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਹੈ। ਦੇਖੋ, ਚਿੰਤਾ ਪ੍ਰਗਟ ਕਰਨ ਦੇ ਨਾਲ ਇਸ ਸਮੱਸਿਆ ਦਾ ਹੱਲ ਜਿਹੜਾ ਜੀ ਉਹ ਨਹੀਂ ਹੋ ਜਾਣਾ। ਇਹਦੇ ਉੱਤੇ ਚਾਹੇ ਤਾਂ ਕੰਟਰੋਲ ਜਿਹੜਾ ਜੀ ਉਹ ਹੋ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਜੇ ਪੁਲਿਸ ਮੁਖੀ ਜਿਹੜੇ ਆ ਜੀ ਉਹ ਚਿੰਤਾ ਪ੍ਰਗਟ ਕਰ ਰਹੇ ਨੇ ਕਿ ਗੈਂਗਵਾਰ ਜਿਹੜੀ ਉਹ ਹੋ ਰਹੀ ਹੈ, ਗੈਂਗਸਟਰ ਜਿਹੜੇ ਉਹ ਦੰਦਨਾਉਂਦੇ ਫਿਰਦੇ ਨੇ, ਤੇ ਦੂਜੇ ਪਾਸੇ ਜਿਹੜੀ ਸਰਕਾਰ ਆ ਜੀ ਉਹ ਇਹ ਕਹਿੰਦੀ ਆ ਕਿ ਇਸ ਤਰ੍ਹਾਂ ਦੀ ਕੋਈ ਸਮੱਸਿਆ ਹੀ ਨਹੀਂ ਹੈਗੀ। ਸਾਰੀਆਂ ਸਮੱਸਿਆਵਾਂ ਜਿਹੜੀਆਂ ਜੀ ਉਹ ਕਹਿੰਦੇ ਕਿ ਬਿਲਕੁਲ ਠੀਕ ਠਾਕ ਨੇ। ਜਿਹੜੇ
DGP ਨੇ ਜੀ ਸੁਰੇਸ਼ ਅਰੋੜਾ, ਉਹਨਾਂ ਨੇ ਜਿਹੜਾ ਜੀ ਇਹ ਕਿਹਾ ਕਿ ਪੁਲਿਸ ਜਿਹੜੀ ਆ ਉਹ ਇਹਨਾਂ ਦੇ ਉੱਤੇ ਨੱਥ ਪਾਉਣ ਦੇ ਵਾਸਤੇ ਆਪਣੀ ਪੂਰੀ ਵਾਹ ਜਿਹੜੀ ਆ ਉਹ ਲਾ ਰਹੀ ਆ। ਪਰ ਸਵਾਲ ਜਿਹੜਾ ਨਾ ਜੀ ਸਭ ਤੋਂ ਵੱਡਾ ਇਹ ਆ ਕਿ ਜਿੱਥੇ ਥਾਣੇ ਜਿਹੜੇ ਨੇ ਉਹ ਜ਼ਿਲ੍ਹਾ ਜਥੇਦਾਰ ਜਿਹੜੇ ਨੇ ਜਾਂ ਜਿਹੜੇ ਹਲਕਾ ਜਥੇਦਾਰ ਨੇ ਉਹਨਾਂ ਦੇ ਅੰਡਰ ਕੀਤੇ ਹੋਏ ਆ, ਜਿਨ੍ਹਾਂ ਨੂੰ ਪੁੱਛੇ ਤੋਂ ਬਿਨਾਂ ਪੁਲਿਸ ਜਿਹੜਾ ਤੁਸੀਂ ਇਹ ਕਹਿ ਲਓ ਕਿ ਪੱਤਾ ਵੀ ਨਹੀਂ ਹਿੱਲਣ ਦਿੰਦੀ, ਉਹ ਕਿਵੇਂ ਕਿਹੜੇ ਤਰੀਕੇ ਦੇ ਨਾਲ ਇਹਨਾਂ ਨੂੰ ਕੰਟਰੋਲ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਹਿ ਸਕਦੇ ਆ, ਜਾਂ ਪੁਲਿਸ ਦਾ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਪੁਲਿਸ ਦੀ ਸਪੋਰਟ ਇਸ ਮਾਮਲੇ ਦੇ ਵਿੱਚ ਕਰ ਸਕਦੇ ਆ। ਮੇਰਾ ਖਿਆਲ ਨਹੀਂ ਪੁਲਿਸ ਮੁਖੀ ਹੋਰਾਂ ਦਾ ਜਿਹੜੀ ਆ ਜੀ ਇਹ ਫਿਕਰਮੰਦੀ ਜਾਇਜ਼ ਹੈ, ਪਰ ਸਵਾਲ ਇਹ ਹੈ ਕਿ ਜਿੱਥੇ ਪੁਲਿਸ ਜਿਹੜਾ ਮੁਖੀ ਨੇ ਉਹ ਫਿਕਰਮੰਦੀ ਸਿਰਫ ਕਰਕੇ ਤੇ ਗੱਲ ਨੂੰ ਛੱਡ ਦਿੰਦੇ ਨੇ, ਤੇ ਉੱਥੇ ਤੁਸੀਂ ਇਹ ਕਹਿ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਵਾਕਿਆ ਹੀ ਰੱਬ ਆਸਰੇ ਨੇ। ਬਿਲਕੁਲ ਜੀ, ਖੇਤੀਬਾੜੀ ਨੂੰ ਖਾਈ ਜਾਂਦੀ ਸੀਗੀ, ਲੋਕ ਵੀ ਕੀ ਕਰਦੇ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਾਂਗਰਸ ਦੀ, ਕਿ ਜਿਉਂ-ਜਿਉਂ ਇਹਨਾਂ ਦਾ ਟਾਈਮ ਹੈਗਾ ਆ ਇਹ ਲਾਗੇ ਆਉਂਦਾ ਆ ਵੋਟਾਂ ਦਾ, ਤੇ 8-9 ਸਾਲ ਦੇ ਬਾਅਦ ਇਹ ਹੁਣ ਬੋਲਣ ਲੱਗੇ ਤਾਂ ਬਹੁਤ ਹੀ ਜ਼ਿਆਦਾ ਬੋਲਣ ਲੱਗੇ ਆ, ਤੇ ਇਹਨਾਂ ਨੇ ਸੂਬੇ ਦੀ ਜਿਹੜੀ ਮੰਦੀ ਹਾਲਤ ਬਾਰੇ ਸੁਖਬੀਰ ਤੋਂ ਜਵਾਬ ਮੰਗਿਆ। ਬਿਲਕੁਲ ਜੀ, ਤੁਹਾਡੀ ਗੱਲ ਸਹੀ ਹੈ ਕਿ ਇੰਨੀ ਦੇਰ ਤਾਂ ਜਵਾਬ ਜਿਹੜਾ ਜੀ ਉਹ ਨਹੀਂ ਮੰਗਿਆ। ਹੁਣ ਜਿਵੇਂ ਜਿਵੇਂ ਵੋਟਾਂ ਨੇੜੇ ਆ ਰਹੀਆਂ ਨੇ ਤੇ ਉਹਨਾਂ ਨੂੰ ਫਿਕਰਮੰਦੀ ਜਿਹੜੀ ਹੈ ਜੀ ਉਹ ਆਪਣੀ ਹੋ ਰਹੀ ਹੈ। ਇਹ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨੇ ਜੀ, ਜਿਨ੍ਹਾਂ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ ਕਾਂਗਰਸ ਦੇ ਵੱਲੋਂ ਜਿਹੜਾ ਜੀ ਉਹ ਇਹ ਗੱਲ ਕਹੀ ਹੈ ਕਿ ਉਹ ਤਾਂ ਕਹਿ ਰਹੇ ਨੇ ਕਿ 5 ਕੰਮ ਜਿਹੜੇ ਆ ਜੀ ਉਹ ਗਿਣਾਏ ਜਾਣ ਕਾਂਗਰਸ ਦੀ ਰਾਜ ਦੇ ਸਮੇਂ। ਉਹਨਾਂ ਨੇ ਕਿਹਾ ਕਿ ਇੱਕ ਹਾਸੋਹੀਣਾ ਬਿਆਨ ਹੈ, ਔਰ ਪੰਜਾਬ ਸਰਕਾਰ ਦੇ ਵਿਰੁੱਧ ਉਹਨਾਂ ਨੇ 10 ਨੁਕਾਤੀ ਚਾਰਜ ਸ਼ੀਟ ਜਿਹੜੀ ਹੈ ਜੀ ਉਹ ਜਾਰੀ ਕਰਤੀ ਹੈ। ਇਹ ਅਕਾਲੀ ਆਗੂ ਜਿਹੜੇ ਆਗੂ ਨੇ ਜੀ ਉਹ ਕਹਿੰਦੇ ਨੇ ਕਿ ਅਕਾਲੀ ਭਾਜਪਾ ਸਰਕਾਰ ਨੇ ਸੂਬੇ ਨੂੰ ਕਰਜ਼ੇ ਦੇ ਵਿੱਚ ਡੋਬਿਆ। ਪੰਜਾਬ ਦੇ ਸਾਰੇ ਵਰਗ ਜਿਹੜੇ ਉਹ ਸਰਕਾਰ ਤੋਂ ਦੁਖੀ ਨੇ। ਜਿਹੜੇ ਸੀਨੀਅਰ ਆਗੂ ਨੇ ਕਾਂਗਰਸ ਦੇ, ਉਹਨਾਂ ਦੇ ਸਾਂਝੇ ਬਿਆਨ ਦੇ ਵਿੱਚ ਇਹ ਕਿਹਾ ਗਿਆ ਜੀ ਕਿ ਸਾਬਕਾ ਮੁੱਖ ਮੰਤਰੀ 100 ਤੋਂ ਵੱਧ ਪ੍ਰਾਪਤੀਆਂ ਗਿਣਾ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਸਾਲ 2007 ਦੇ ਵਿੱਚ ਪੰਜਾਬ ਪ੍ਰਤੀ ਜੀ ਆਮਦਨ ਮਾਮਲੇ ਦੇ ਵਿੱਚ ਦੇਸ਼ 'ਚ 7ਵਾਂ ਥਾਂ ਸੀਗਾ, ਸਾਲ 15 ਦੇ ਵਿੱਚ 15ਵੇਂ ਸਥਾਨ ਦੇ ਉੱਤੇ ਚਲੇ ਗਿਆ। ਸੂਬੇ ਦੇ ਸਿਰ ਕਰਜ਼ੇ ਦਾ ਬੋਝ 1.25 ਲੱਖ ਕਰੋੜ ਰੁਪਏ ਹੋ ਗਿਆ। ਨਸ਼ੀਲੇ ਪਦਾਰਥਾਂ ਦੀ ਤਸਕਰੀ ਜਿਹੜੀ ਹੈ ਜੀ ਉਹ ਨੌਜਵਾਨਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਜੀ। ਅਨਾਜ ਘੁਟਾਲਾ 31,000 ਕਰੋੜ ਰੁਪਏ ਦਾ, ਜਿਹਨੂੰ ਰਾਜ ਸਰਕਾਰ ਨੇ ਕਰਜ਼ੇ ਦੇ ਵਿੱਚ ਜਿਹੜਾ ਜੀ ਉਹ ਬਦਲਤਾ। ਖੇਤੀਬਾੜੀ ਖੇਤਰ ਦੀ ਹਾਲਤ ਕਾਂਗਰਸੀਆਂ ਨੇ ਕਿਹਾ ਕਿ ਮੰਦੀ ਆ, ਔਰ ਵਿਕਾਸ ਦਰ ਜਿਹੜੀ ਆ ਉਹ ਅੱਧੀ ਰਹਿ ਗਈ ਆ। ਦਲਿਤਾਂ ਦੇ ਉੱਤੇ ਹਮਲੇ ਜਿਹੜੇ ਉਹ ਵੱਧ ਰਹੇ ਨੇ। ਬਾਦਲਾਂ ਦੀ ਟਰਾਂਸਪੋਰਟ ਜਿਹੜੀ ਹੈ ਜੀ ਉਹ ਵੱਧ ਫੁੱਲ ਗਈ ਹੈ, ਜਦੋਂ ਕਿ ਸਰਕਾਰੀ ਟਰਾਂਸਪੋਰਟ ਜਿਹੜੀ ਹੈ ਜੀ ਉਹਦਾ ਬੇੜਾ ਗਰਕ ਹੋ ਗਿਆ। ਔਰ ਕਾਂਗਰਸੀਆਂ ਨੇ ਇਹ ਕਿਹਾ ਜੀ ਕਿ ਸੁਖਬੀਰ ਸਿੰਘ ਬਾਦਲ ਹੋਰੀ ਇਹਦਾ ਜਵਾਬ ਜਿਹੜਾ ਜੀ ਉਹ ਦੇਣ ਕਿ ਇਹਨਾਂ ਸਵਾਲਾਂ ਦੇ ਜਵਾਬ ਉਹਦੇ ਕੋਲੇ ਹੈਗੇ ਕਿ ਨਹੀਂ। ਇਹ ਐਕਚੁਅਲੀ ਮਿਲ ਮਿਲਾ ਕੇ ਜਿਹੜਾ ਜੀ ਉਹ ਸਾਰਾ ਕੰਮ ਹੋ ਰਿਹਾ ਜੀ। ਇੱਕ ਦਿਨ ਉਧਰੋਂ ਬਿਆਨ ਦਿੱਤਾ ਜਾਂਦਾ, ਦੂਜੇ ਦਿਨ ਦੂਸਰੇ ਵੱਲੋਂ। ਅਸਲ ਦੇ ਵਿੱਚ ਜਿਹੜੀ ਸੱਤਾਧਾਰੀ ਧਿਰ ਹੈ ਜੀ ਉਹਦੀ ਪੂਰੀ ਕੋਸ਼ਿਸ਼ ਹੈ ਕਿ ਕਿਸੇ ਤਰੀਕੇ ਦੇ ਨਾਲ ਕਾਂਗਰਸ ਦਾ ਨਾਮ ਜਿਹੜਾ ਜੀ ਉਹ ਚਮਕੇ, ਤੇ ਉਹ ਕਮ ਸੇ ਕਮ ਲੜਾਈ ਦੇ ਇਸ ਪਿੜ ਦੇ ਵਿੱਚ ਇੱਕ ਧਿਰ ਵਜੋਂ ਉੱਭਰੇ ਤਾਂ ਸਹੀ। ਸਾਰਾ ਜਿਹੜਾ ਜ਼ੋਰ ਹੈ ਨਾ ਜੀ ਉਹ ਇਸ ਚੀਜ਼ ਦੇ ਉੱਤੇ ਲੱਗਿਆ ਹੋਇਆ ਕਿ ਇੱਕ ਦਿਨ ਇੱਕ ਬਿਆਨ ਦਿੰਦਾ, ਦੂਸਰੇ ਦਿਨ ਫਿਰ ਦੂਸਰਾ ਬਿਆਨ ਜਿਹੜਾ ਜੀ ਉਹਦੇ ਜਵਾਬ ਦੇ ਵਿੱਚ ਦੇ ਰਿਹਾ। ਇਹ ਗੱਲ ਤੁਹਾਡੀ ਠੀਕ ਹੈ ਕਿ 9-9.5 ਸਾਲ ਜਿਹੜੇ ਜੀ ਹੋ ਗਏ, ਹੁਣ ਤਾਂ ਪੌਣੇ 10 ਸਾਲ ਜਿਹੜੇ ਉਹ ਹੋ ਗਏ। ਇਹਦੇ ਦੌਰਾਨ ਇਹੋ ਜਿਹਾ ਸਵਾਲ ਜਵਾਬ ਪਹਿਲਾਂ ਤਾਂ ਸੁਣਨ ਨੂੰ ਮਿਲਿਆ ਨਹੀਂ ਜੀ। ਹਾਂਜੀ, ਜੇ ਪਹਿਲਾਂ ਜਵਾਬ ਕਰਦੇ ਹੁੰਦੇ ਤਾਂ ਸ਼ਾਇਦ ਪੰਜਾਬ ਦੀ ਹਾਲਤ, ਲੋਕਾਂ ਦੀ ਹਾਲਤ ਇਹੋ ਜਿਹੀ ਨਾ ਹੁੰਦੀ ਤੇ ਨਕਸ਼ਾ ਕੁਛ ਹੋਰ ਹੋਣਾ ਸੀ। ਤੇ ਅੱਗੇ ਆਪਾਂ ਪੰਜਾਬੀ ਸੂਬੇ ਦੇ ਜਸ਼ਨਾਂ ਦੀ ਗੱਲ ਕਰੀਏ ਕਿ ਉਹਨਾਂ ਨੂੰ ਮਨਾਉਣ ਲਈ ਵਿਦਿਆਰਥੀਆਂ ਦੇ ਨਾਲ ਪਿੜ ਭਰਨੇ ਪਏ। ਬਿਲਕੁਲ ਜੀ, ਐਕਚੁਅਲੀ ਤੁਸੀਂ ਇਹ ਕਹਿ ਲਓ ਕਿ ਲੋਕ ਜਿਹੜੇ ਸ਼ਾਇਦ ਆਉਣੇ ਨਹੀਂ ਸੀਗੇ। ਜਿਹੜਾ ਇਹ ਸਟੇਡੀਅਮ ਦੇ ਵਿੱਚ ਮਨਾਇਆ ਗਿਆ ਜੀ, ਜਿਹੜਾ ਪੰਜਾਬੀ ਸੂਬੇ ਦਾ ਜਸ਼ਨ ਹੈ ਜੀ ਉਹ, ਔਰ ਇਹਦੇ ਵਿੱਚ ਜਿਹੜੇ ਵਿਦਿਆਰਥੀ ਸੀ ਉਹ ਸਕੂਲਾਂ ਦੇ ਇਕੱਠੇ ਕਰਕੇ ਲਿਆਂਦੇ ਗਏ। ਸਟੇਡੀਅਮ ਦੀ ਕਪੈਸਿਟੀ ਹੈਗੀ ਜੀ 15,000। ਇਹ ਡਰ ਪਿਆ ਰਿਹਾ ਕਿ ਵੀ ਇਹ ਭਰਨਾ ਕਿ ਨਹੀਂ ਭਰਨਾ। 25,000 ਸਟੂਡੈਂਟ ਜਿਹੜੇ ਸੀਗੇ ਜੀ ਉਹ ਲਿਆ ਕੇ ਇੱਥੇ ਵਿਚਾਰੇ ਬਿਠਾ ਦਿੱਤੇ। 8500 ਦੇ ਕਰੀਬ ਜਿਹੜੇ ਸਟੂਡੈਂਟ ਸੀਗੇ ਉਹਨਾਂ ਨੂੰ ਵੜਨ ਨਹੀਂ ਦਿੱਤਾ ਗਿਆ ਜੀ ਅੰਦਰ, ਔਰ ਉਹ ਸੜਕਾਂ ਤੇ ਬਾਗ ਦੇ ਵਿੱਚ ਜਿਹੜਾ ਜੀ ਉਹ ਘੁੰਮਦੇ ਰਹੇ। ਲੁਧਿਆਣੇ ਦੇ ਵਿੱਚ 50ਵੀਂ ਵਰ੍ਹੇਗੰਢ ਜਿਹੜੀ ਪੰਜਾਬੀ ਸੂਬੇ ਦੀ ਸੀਗੀ ਉਹ ਮਨਾਈ ਜਾ ਰਹੀ ਸੀਗੀ। ਸੜਕਾਂ ਦੇ ਉੱਤੇ ਵੀ ਜਿਹੜਾ ਜੀ ਉਹ ਜਾਮ ਲੱਗਿਆ ਰਿਹਾ, ਕੋਈ ਪਾਰਕਿੰਗ ਦਾ ਇੰਤਜ਼ਾਮ ਨਹੀਂ ਸੀਗਾ।
ਜਿਹੜੇ ਸਟੂਡੈਂਟ ਸੀਗੇ, ਵਿਦਿਆਰਥੀ ਸੀਗੇ ਜੀ, ਉਹ ਪਾਣੀ ਨੂੰ ਵੀ ਵਿਚਾਰੇ ਤਰਸਦੇ ਰਹੇ। ਪਾਣੀ ਵੀ ਪੀਣ ਦੇ ਵਾਸਤੇ ਉਹਨਾਂ ਕੋਲੇ ਜਿਹੜਾ ਉਹ ਹੈ ਨਹੀਂ ਸੀਗਾ। 25,000 ਸਟੂਡੈਂਟ ਸੱਦ ਲਿਆ, 15,000 ਦੀ ਜਿਹੜੀ ਹੈ ਜੀ ਉਹ ਕਪੈਸਿਟੀ ਆ। ਇਹ ਦਿਖਾ ਦਿੱਤਾ ਕਿ ਸਰਕਾਰ ਜਿਹੜੀ ਹੈ ਜੀ ਉਹ ਇੰਨੀ ਫੇਮਸ ਹੈ ਕਿ ਸਟੇਡੀਅਮ ਦੇ ਬਾਹਰ ਜਿਹੜੀਆਂ ਜੀ ਉਹ ਲਾਈਨਾਂ ਲੱਗੀਆਂ ਹੋਈਆਂ ਨੇ ਵਿਦਿਆਰਥੀਆਂ ਦੀਆਂ। ਹੁਣ ਵਿਦਿਆਰਥੀ ਕੀ ਕਰਦੇ ਜੀ, ਜਿਨ੍ਹਾਂ ਦੇ ਨਾਲ ਟੀਚਰ ਜਿਹੜੇ ਉਹ ਪਹੁੰਚੇ ਹੋਏ ਸੀਗੇ ਔਰ ਉਹਨਾਂ ਨੂੰ ਸਖਤ ਹਦਾਇਤਾਂ ਸੀਗੀਆਂ ਜੀ ਕਿ ਕੋਈ ਸਟੂਡੈਂਟ ਕਿਸੇ ਪਾਸੇ ਜਾਣਾ ਨਹੀਂ ਚਾਹੀਦਾ, ਪਰ ਜਿਹੜੇ ਸਟੇਡੀਅਮ ਦੇ ਦਰਵਾਜ਼ੇ ਸੀਗੇ ਉਹ ਬੰਦ ਕਰਤੇ ਗਏ ਕਿਉਂਕਿ ਉਹਦੀ ਕਪੈਸਿਟੀ ਖਤਮ ਹੋ ਗਈ। ਤੇ ਫਿਰ ਵਿਦਿਆਰਥੀ ਜਿਹੜੇ ਜੀ ਉਹ ਕਿਹੜੇ ਪਾਸੇ ਨੂੰ ਜਾਂਦੇ? ਮਾਪੇ ਜਿਹੜੇ ਸੀਗੇ ਜੀ ਉਹ ਸਕੂਲਾਂ ਦੇ ਉਹ ਲੱਭਦੇ ਰਹੇ ਕਿ ਉਹਨਾਂ ਦੇ ਵਿਦਿਆਰਥੀ ਅੰਦਰ ਬੈਠੇ ਨੇ ਜਾਂ ਬਾਹਰ ਸੜਕਾਂ ਦੇ ਉੱਤੇ ਜਿਹੜਾ ਜੀ ਉਹ ਘੁੰਮ ਰਹੇ ਨੇ। ਤੇ ਜਿਹੜੇ ਇੰਤਜ਼ਾਮ ਕਰਨ ਵਾਲੇ ਸੀਗੇ ਜੀ ਦਲਜੀਤ ਸਿੰਘ ਚੀਮਾ ਹੋਰੀ, ਉਹ ਕਹਿੰਦੇ ਕੋਈ ਗੱਲ ਨਹੀਂ, ਕੋਈ ਥੋੜ੍ਹੀਆਂ ਬਹੁਤੀਆਂ ਕਮੀਆਂ ਤਾਂ ਜਿਹੜੀਆਂ ਜੀ ਉਹ ਰਹਿ ਜਾਂਦੀਆਂ ਨੇ। ਜੇ ਕਿਸੇ ਨੂੰ ਐਂਟਰੀ ਨਹੀਂ ਮਿਲੀ ਜਾਂ ਪੀਣ ਵਾਲਾ ਪਾਣੀ ਜਿਹੜਾ ਨਹੀਂ ਮਿਲਿਆ, ਉਹ ਕਹਿੰਦੇ ਪੀਣ ਵਾਲਾ ਪਾਣੀ ਤਾਂ ਨਿਆਣੇ ਅਕਸਰ ਨਾਲ ਹੀ ਲਿਆਉਂਦੇ ਹੁੰਦੇ ਆ। ਤੋ ਇਸ ਕਰਕੇ ਅਸੀਂ ਇਹਦਾ ਬਹੁਤਾ ਇੰਤਜ਼ਾਮ ਤਾਂ ਨਹੀਂ ਕੀਤਾ ਵੀ ਹਰੇਕ ਕੋਲੇ ਪਾਣੀ ਤਾਂ ਆਪਣਾ ਜਿਹੜਾ ਉਹ ਹੋਊਗਾ ਹੀ। ਤੁਸੀਂ ਅੰਦਾਜ਼ਾ ਲਾਓ ਕਿ ਜਿਹੜਾ ਰਸ਼ ਹੈ ਉਹ ਵਿਖਾਉਣ ਦੇ ਵਾਸਤੇ ਤਰੀਕੇ ਜਿਹੜੇ ਆ ਜੀ ਉਹ ਕੀ ਵਰਤੇ ਜਾ ਰਹੇ ਨੇ। ਕਮ ਸੇ ਕਮ ਇਸ ਮਸਲੇ ਦੇ ਉੱਤੇ ਜਿਹੜੇ ਟੀਚਰ ਤੇ ਵਿਦਿਆਰਥੀ ਨੇ ਉਹ ਤਾਂ ਬਖਸ਼ ਦਿੱਤੇ ਜਾਣੇ ਚਾਹੀਦੇ ਨੇ ਜੀ। ਉਹਨਾਂ ਨੂੰ ਸਿਆਸਤ ਦੇ ਵਿੱਚ ਧੱਕੇ ਦੇ ਨਾਲ ਉਹਨਾਂ ਦੀ ਐਂਟਰੀ ਜਿਹੜੀ ਉਹ ਕਰਵਾਈ ਜਾ ਰਹੀ ਹੈ। ਮੋਰੇ ਅੱਗੇ ਦੇਖਿਓ ਜੀ, ਵੋਟਾਂ ਦੇ ਵੇਲੇ ਕੀ ਕਰਦੇ? ਅਖੀਰ ਵਿੱਚ ਆਜਨਾਮਾ ਕਿ ਬਾਦਲ ਦਲ ਨੇ ਸੱਦੀ ਸੀ ਖਾਸ ਬੈਠਕ, ਲੀਡਰ ਸਾਰੇ ਹੀ ਵੱਡੇ ਬੁਲਾਏ ਹੈ ਸੀ। ਬਾਦਲ ਦਲ ਨੇ ਸੱਦੀ ਸੀ ਖਾਸ ਬੈਠਕ, ਲੀਡਰ ਸਾਰੇ ਹੀ ਵੱਡੇ ਬੁਲਾਏ ਹੈ ਸੀ। ਸਭ ਨੂੰ ਇੱਕ ਤੋਂ ਇੱਕ ਹਨ ਕੰਮ ਹੁੰਦੇ, ਛੱਡ ਕੇ ਸਾਰੇ ਰੁਝੇਵੇਂ ਹੀ ਆਏ ਹੈ ਸੀ। ਇੱਕੋ ਇੱਕ ਏਜੰਡਾ ਸੀ ਚੋਣ ਲੜਨੀ, ਸਾਰੇ ਆਗੂਆਂ ਤੋਂ ਲੈਣੀ ਰਾਏ ਹੈ ਸੀ। ਲੰਮੀ ਚੌੜੀ ਨਹੀਂ ਸੋਚ ਵਿਚਾਰ ਹੋਈ, ਮਿੰਟਾਂ ਵਿੱਚ ਗਏ ਕੰਮ ਮੁਕਾਏ ਹੈ ਸੀ। ਮਤਾ ਕੀਤਾ ਕਿ ਅਸੀਂ ਅਧਿਕਾਰ ਸਭੋ, ਝੋਲੀ ਸਿੰਘ ਸੁਖਵੀਰ ਦੇ ਪਾਏ ਭਾਈ। ਮਤਾ ਕੀਤਾ ਕਿ ਅਸੀਂ ਅਧਿਕਾਰ ਸਭੋ, ਝੋਲੀ ਸਿੰਘ ਸੁਖਵੀਰ ਦੇ ਪਾਏ ਭਾਈ। ਚਾਹੇ ਜਿਹਨੂੰ ਚਵਾਰੇ ਉਹ ਚਾੜ ਦੇਵੇ, ਭਾਵੇਂ ਬੂਹੇ ਤੋਂ ਬਾਹਰ ਬਿਠਾਏ ਭਾਈ। ਥੈਂਕ ਯੂ ਜੀ, ਧੰਨਵਾਦ, ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਰਬਲ ਤੇਜ ਬੰਨੋ, ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।